So welcome back students. In the last part of our presentation we shall discuss the corrective strategies. Correction कदों करता है कोई भी टीचर, correction जो काम हो जाता ਆਪਾਂ ਉਦੋਂ ਹੀ ਕਰਦੇ हैं. So corrective strategies ਕੀ ਹੋਣਗੇ ਜਦੋਂ misbehavior ਮੇਰੀ ਕਲਾਸ ਵਿੱਚ ਹੋ ਗਿਆ, ਕਿਸੇ ਵੀ ਤਰ੍ਹਾਂ ਦਾ ਕਲਾਸ ਰੂਲ ਜਾਂ ਸਕੂਲ ਰੂਲ ਤੋੜ ਦਿੱਤਾ ਗਿਆ ਵਿਦਿਆਰਥੀ ਵੱਲੋਂ, ਉਸ ਟਾਈਮ ਜਿਹੜੀਆਂ ਆਪਾਂ ਸਟ੍ਰੈਟਜੀਜ਼ ਨੂੰ ਅਪਣਾਉਂਦੇ ਹਾਂ ਉਹਨਾਂ ਨੂੰ ਆਪਾਂ ਕਰੈਕਟਿਵ ਸਟ੍ਰੈਟਜੀਜ਼ ਕਹਿੰਦੇ ਹਾਂ. ਸੋ ਦੇ ਕੈਨ ਬੀ ਇੰਪਲੀਮੈਂਟਡ ਬੋਥ ਇਨਸਾਈਡ ਐਂਡ ਆਊਟਸਾਈਡ ਦੀ ਕਲਾਸ ਦੇ ਅੰਦਰ ਵੀ ਹੋ ਸਕਦੀਆਂ, ਕਲਾਸ ਤੋਂ ਬਾਹਰ ਵੀ ਹੋ ਸਕਦੀਆਂ. ਇੰਟਰਨਲ ਕਲਾਸਰੂਮ ਸਟ੍ਰੈਟਜੀਜ਼ ਬਾਕੀ ਸਟੂਡੈਂਟਸ ਦੇ ਮੂਹਰੇ ਹੁੰਦੀਆਂ ਨੇ, ਰਾਈਟ, ਐਂਡ ਇਸ ਕਰਕੇ ਸਾਰੇ ਬੱਚਿਆਂ ਨੂੰ ਆਈਡੈਂਟੀਫਾਈ ਹੋ ਜਾਂਦਾ ਕਿ ਇਹ ਮਿਸਬਿਹੇਵੀਅਰ ਸਟ੍ਰੈਟਜੀ ਟੋਲਰੇਟ ਨਹੀਂ ਹੋ. ਪਰ ਜੇ ਐਕਸਟਰਨਲ ਕਰ ਰਹੇ ਹੋ, ਕਲਾਸ ਤੋਂ ਬਾਹਰ ਕਰ ਰਹੇ ਹੋ, ਤਾਂ ਸਿਰਫ ਉਸੇ ਬੱਚੇ ਨੂੰ ਪਤਾ ਲੱਗਦਾ. ਇਸ ਨਾਲ ਕੀ ਹੋ ਜਾਂਦਾ ਕਿ ਜਿਹੜੇ ਪਿੱਛੇ ਬੈਠੇ ਬੱਚੇ ਆ ਉਹ ਜ਼ਿਆਦਾ, ਮਤਲਬ ਇਸ ਨਾਲ ਤੁਹਾਨੂੰ ਵੀ ਇਹ ਫਾਇਦਾ ਹੁੰਦਾ ਕਿ ਉਸ ਬੱਚੇ ਨਾਲ ਤੁਸੀਂ ਇਨਫੋਰਮਲ ਲੈਵਲ 'ਤੇ ਵੀ ਗੱਲ ਕਰ ਸਕਦੇ ਹੋ ਐਂਡ ਉਸਨੂੰ ਇੱਕ ਓਪਰਚੁਨਿਟੀ ਮਿਲ ਜਾਂਦੀ ਹੈ ਕਿ ਉਹ ਆਪਣੀ ਗੱਲ ਕਹਿ ਕੇ ਬਚ ਸਕੇ, ਰਾਈਟ. ਸੋ ਵੈਨ ਇਟ ਇਜ਼ ਇੰਟਰਨਲ ਤਾਂ ਉਹਨੂੰ ਸਜ਼ਾ ਮਿਲਦੀ ਹੈ, ਐਕਸਟਰਨਲ ਦੇ ਵਿੱਚ ਉਹ ਆਪਣੀ ਗੱਲ ਕਹਿ ਕੇ ਬਚ ਵੀ ਸਕਦਾ ਹੈ. ਸੋ ਇਹਦਾ ਮੋਸਟ ਇੰਪੋਰਟੈਂਟ ਜਿਹੜਾ ਕੰਪੋਨੈਂਟ ਉਹ ਹੈ ਕੰਸਿਸਟੈਂਸੀ ਇਨ ਡਿਸਿਪਲਿਨ. ਅਨੁਸ਼ਾਸਨ ਦੇ ਵਿੱਚ ਇਕਸਾਰਤਾ ਹੋਣੀ ਜ਼ਰੂਰੀ ਹੈ. ਇਸ ਨਾਲ ਹੀ ਬੱਚੇ ਨੂੰ ਸਮਝ ਆਏਗਾ ਕਿ ਜਿਹੜੀ ਵੀ ਆਪਾਂ ਉਸ ਬੱਚੇ ਨੂੰ ਗੱਲ ਕਹੀ ਹੈ ਉਸਨੂੰ ਤੁਹਾਨੂੰ ਪੂਰਾ ਕਰਨਾ ਪਏਗਾ, ਰਾਈਟ. ਸੋ ਟੀਚਰ ਸ਼ੁੱਡ ਬੀ ਕੰਸਿਸਟੈਂਟ ਵਿਦ ਦੇਅਰ ਮੈਸੇਜ ਐਂਡ ਦ ਟਾਈਪ ਆਫ ਡਿਸਿਪਲਿਨ ਦੇ ਗਿਵ ਆਊਟ. ਪਨਿਸ਼ਮੈਂਟ ਸ਼ੁੱਡ ਫਿਟ ਦ ਕ੍ਰਾਈਮ, ਮਤਲਬ ਓਬਵੀਅਸਲੀ ਜਿਸ ਤਰ੍ਹਾਂ ਦੀ ਗਲਤੀ ਬੱਚੇ ਨੇ ਕੀਤੀ ਹੈ ਉਸ ਦੇ ਨਾਲ ਪਨਿਸ਼ਮੈਂਟ ਉਹਦੇ ਮੁਤਾਬਕ ਹੀ ਹੋਣੀ ਚਾਹੀਦੀ ਹੈ ਐਂਡ ਕੰਸਿਸਟੈਂਟ ਹੋਣੀ ਚਾਹੀਦੀ ਹੈ. ਫਿਊਚਰ ਵਿੱਚ ਵੀ ਜੇ ਕੋਈ ਹੋਰ ਬੱਚਾ ਸਿਮਿਲਰ ਕਾਈਂਡ ਆਫ ਮਿਸਟੇਕ ਕਰਦਾ ਤੁਸੀਂ ਉਹਨੂੰ ਵੀ ਪਨਿਸ਼ ਕਰੋਗੇ ਸੋ ਦੈਟ ਉਸ ਨਾਲ ਕੀ ਹੈ ਕਿ ਇੱਕ ਕੰਸਿਸਟੈਂਸੀ ਵੀ ਰਹਿੰਦੀ ਹੈ, ਪਲੱਸ ਇਹ ਨਹੀਂ ਲੱਗਦਾ ਕਿ ਆਪਾਂ ਕਿਸੇ ਇੱਕ ਪਰਟੀਕੂਲਰ ਬੱਚੇ ਨਾਲ ਪਾਰਸ਼ੈਲਿਟੀ ਕੀਤੀ ਹੈ. ਅਗੇਨ ਇਹਦੇ ਲਈ ਵੀ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਰਿਲੇਸ਼ਨਸ਼ਿਪ ਬਿਲਡ ਅਪ ਕਰੋ ਵਿਦ ਯੋਰ ਸਟੂਡੈਂਟਸ. ਜਦ ਤੱਕ ਇਹ ਹਰ ਸਟ੍ਰੈਟਜੀ ਵਿੱਚ ਜ਼ਰੂਰੀ ਹੈ, ਜਦ ਤੱਕ ਸਾਡੇ ਬੱਚੇ ਕੰਟੀਨਿਊਸਲੀ, ਮਤਲਬ ਇਹ ਓਬਜ਼ਰਵ ਕੀਤਾ ਗਿਆ ਕਿ ਬੱਚਾ ਜੇ ਕੰਟੀਨਿਊਸਲੀ ਤੁਹਾਡੀ ਕਲਾਸ ਵਿੱਚ ਮਿਸਬਿਹੇਵ ਕਰ ਰਿਹਾ, ਜੇ ਉਸ ਬੱਚੇ ਨਾਲ ਵੀ ਤੁਸੀਂ ਇੱਕ ਵਧੀਆ ਰਿਸ਼ਤਾ ਸਟੈਬਲਿਸ਼ ਕਰਦੇ ਹੋ, ਤੁਹਾਨੂੰ ਹੈਲਪ ਆਊਟ ਕਰਦਾ ਹੈ ਕਿ ਉਹ ਕਿਉਂ ਮਿਸਬਿਹੇਵੀਅਰ ਕਰ ਰਿਹਾ, ਇਸ ਚੀਜ਼ ਨੂੰ ਸਮਝਣ ਲਈ. ਐਂਡ ਆਫ ਦ ਡੇ ਸਾਨੂੰ ਇਹੀ ਚੀਜ਼ ਇੰਪੋਰਟੈਂਟ ਹੈ ਕਿ ਸਾਨੂੰ ਇਹ ਸਮਝ ਆਵੇ ਕਿ ਮਿਸਬਿਹੇਵੀਅਰ ਹੋ ਕਿਉਂ ਰਿਹਾ. ਓਨਲੀ ਦੈਨ ਜਿਹੜਾ ਮਿਸਬਿਹੇਵੀਅਰ ਉਹ ਸੋਲਵ ਹੋ ਸਕਦਾ ਐਂਡ ਤੁਹਾਨੂੰ ਸਮਝ ਤਾਂ ਹੀ ਆਏਗੀ ਜੇ ਤੁਹਾਡੀ ਉਸ ਬੱਚੇ ਦੇ ਨਾਲ ਇੱਕ ਵਧੀਆ ਰਿਲੇਸ਼ਨ ਡਿਵੈਲਪ ਹੋਇਆ ਹੋਏਗਾ. ਸੋ ਯੂ ਸ਼ੁੱਡ ਵਰਕ ਔਨ ਇਟ. ਨੈਗੋਸ਼ੀਏਬਲ ਸਟ੍ਰੈਟਜੀਜ਼ ਵੀ ਆਪਾਂ ਅਪਣਾ ਸਕਦੇ. ਨੈਗੋਸ਼ੀਏਸ਼ਨ ਹੁੰਦਾ ਜਿਹਦੇ ਵਿੱਚ ਸਟੂਡੈਂਟ ਹੈ ਜਿਹੜਾ ਉਹ ਕੰਟਰੀਬਿਊਟ ਕਰਦਾ ਟੂ ਦ ਪ੍ਰੋਸੈਸ ਆਫ ਡਿਸਿਪਲਿਨ ਮੈਨੇਜਮੈਂਟ. ਇਹਦੇ 'ਚ ਆਪਾਂ 1-to-1 ਚੈਟ ਕਰ ਸਕਦੇ ਹਾਂ. ਜਿਸ ਬੱਚੇ ਨੇ ਗਲਤੀ ਕੀਤੀ ਹੈ ਉਸੇ ਇੱਕ ਬੱਚੇ ਨਾਲ ਗੱਲਬਾਤ ਕਰਕੇ ਇਹ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਾਂ ਵੀ ਕਿੱਥੇ ਗਲਤੀ ਹੋ ਰਹੀ ਹੈ, ਵਾਈ ਵੀ ਆਰ ਬਿਹੇਵਿੰਗ ਲਾਈਕ, ਕਿਉਂ ਉਸ ਰੂਲ ਦੇ ਖਿਲਾਫ ਬੱਚਾ ਕਿਉਂ ਜਾ ਰਿਹਾ ਹੈ, ਕੀ ਪ੍ਰੋਬਲਮ ਹੈ. ਓਪਨ ਡਾਇਲੋਗ ਤੁਸੀਂ ਖੁੱਲ੍ਹੇ ਤਰ੍ਹਾਂ ਗੱਲਬਾਤ ਕਰ ਸਕਦੇ ਹੋ. ਉਸ ਨਾਲ ਤੁਹਾਨੂੰ ਬੱਚੇ ਨੂੰ ਦੱਸ ਵੀ ਸਕਦੇ ਹੋ ਵੀ ਜੇ ਤੂੰ ਇਹ ਬਿਹੇਵੀਅਰ ਕੰਟੀਨਿਊ ਕੀਤਾ ਤਾਂ ਤੈਨੂੰ ਇਹ ਕੌਨਸੀਕੁਐਂਸਿਸ ਮਿਲਣਗੀਆਂ. ਹਰ ਬੱਚੇ ਨੂੰ ਮਤਲਬ ਇਹਦੀ ਜਦੋਂ ਕਲੀਅਰ ਹੋ ਜਾ ਬੱਚੇ ਨਾਲ ਗੱਲਬਾਤ ਕਰਕੇ ਸਾਨੂੰ ਐਕਚੁਅਲ 'ਚ ਪਤਾ ਲੱਗਦਾ ਵਾਟ ਆਰ ਦ ਰੀਜ਼ਨਸ. ਫਿਰ ਪੀਅਰ ਰੀਇਨਫੋਰਸਮੈਂਟ ਵੀ ਹੋ ਸਕਦੀ ਹੈ ਕਿ ਜਿਹੜੇ ਮਿਸਬਿਹੇਵ ਕਰ ਰਹੇ ਆ ਬੱਚੇ, ਉਹਦੇ ਜਿਹੜੇ ਪੀਅਰਸ ਹੈ ਉਹਨਾਂ ਨੂੰ ਵੀ ਝਿੜਕਿਆ ਜਾ ਸਕਦਾ ਵੀ ਉਹ ਕਿਉਂ ਨੈਗੇਟਿਵ ਬਿਹੇਵੀਅਰ ਨੂੰ ਪ੍ਰਮੋਟ ਕਰ ਰਹੇ ਉਸ ਬੱਚੇ ਦੇ. ਸੋ ਵੈਨ ਇਟ ਇਜ਼ ਵਾਈਲ ਇਟਸ ਨਾਟ ਐਡਵਾਈਜ਼ੇਬਲ, ਤਾਂ ਨਹੀਂ ਹੈ ਕਿ ਤੁਸੀਂ ਪੂਰੀ ਕਲਾਸ ਨੂੰ ਪਨਿਸ਼ ਕਰ ਦਿਓ, ਬਟ ਮੈਨੀ ਅ ਟਾਈਮਸ ਜਦੋਂ ਤੁਸੀਂ ਪੀਅਰ ਨੂੰ ਵੀ ਥੋੜ੍ਹੇ ਬਹੁਤ ਪੀਅਰ ਨੂੰ ਵੀ ਪਨਿਸ਼ ਕਰ ਦਿੰਦੇ ਹੋ ਤਾਂ ਉਹ ਵੀ ਯਕੀਨੀ ਬਣਾਉਂਦੇ ਨੇ ਕਿ ਮਿਸਬਿਹੇਵੀਅਰ ਦੁਬਾਰਾ ਨਾ ਹੋਵੇ, ਰਾਈਟ. ਸੋ ਕਈ ਵਾਰ ਆਪਾਂ ਕਲਾਸ ਤੁਹਾਡੀ 'ਚ ਵੀ ਕਹਿ ਦਿੰਦੇ ਹਾਂ ਵੀ ਜੇ ਆਵਾਜ਼ ਆਈ ਤਾਂ ਸਾਰੀ ਕਲਾਸ ਨੂੰ 5 ਮਿੰਟ ਰੁਕਣਾ ਪਏਗਾ, ਤਾਂ ਫਿਰ ਸਾਰੀ ਕਲਾਸ ਵਰਕਆਊਟ ਕਰਦੀ ਹੈ ਕਿ ਆਵਾਜ਼ ਨਾ ਆਵੇ. ਸੋ ਦਿਸ ਵੇ ਵੀ ਕੈਨ ਡੂ ਕਿ ਅਸੀਂ ਜਦੋਂ ਕਿਸੇ ਬੱਚੇ ਨੇ ਜੇ ਸ਼ਰਾਰਤ ਕੀਤੀ ਹੈ ਤਾਂ ਲੈਟ ਅਦਰ ਉਹਦੇ ਫਰੈਂਡਸ ਨੂੰ ਵੀ ਉਹ ਚੀਜ਼ ਪਤਾ ਲੱਗੇ ਸੋ ਦੈਟ ਐਂਡ ਆਫ ਦ ਡੇ ਬਾਕੀ ਬੱਚਿਆਂ ਨੂੰ ਵੀ ਮੈਸੇਜ ਆਉਂਦਾ ਐਂਡ ਦ ਬਿਹੇਵੀਅਰ ਆਲਸੋ ਗੈਟਸ ਕਰੈਕਟਡ. ਯੂ ਕੈਨ ਯੂਜ਼ ਪੋਜ਼ੀਟਿਵ ਰੀਇਨਫੋਰਸਮੈਂਟ ਆਲਸੋ. ਜੇ ਬੱਚਾ ਕੰਮ ਪੂਰਾ ਕਰ ਲੈਂਦਾ ਤੁਹਾਡੀ ਪਨਿਸ਼ਮੈਂਟ ਤੋਂ ਬਾਅਦ, ਯੂ ਕੈਨ ਪੋਜ਼ੀਟਿਵਲੀ ਰੀਇਨਫੋਰਸ ਵੀ ਕਰ ਸਕਦੇ ਸੋ ਦੈਟ ਤੁਸੀਂ ਪੀਅਰ ਪ੍ਰੈਸ਼ਰ ਵਧਾ ਸਕੋ ਮਿਸਬਿਹੇਵਿੰਗ ਸਟੂਡੈਂਟ 'ਤੇ. ਐਂਡ ਦੈਨ ਜਦੋਂ ਆਪਣੇ ਨਾਲ ਦੇ ਹੀ ਆਪਾਂ ਨੂੰ ਕਹਿੰਦੇ ਨੇ ਕਿ ਵੀ ਕਲਾਸ 'ਚ ਤੂੰ ਗਲਤੀ ਕੀਤੀ ਹੈ, ਦ ਚਾਈਲਡ ਫੀਲਸ ਦੈਟ ਹੀ ਹੈਜ਼ ਡਨ ਸਮਥਿੰਗ ਰੋਂਗ. ਉਸ ਬਾਅਦ ਆਪਣੇ ਕੋਲ ਇੱਕ ਟੈਕਨੀਕ ਹੈ ਗਲੇਜ਼ਰ ਟ੍ਰਿਪਲੇਟ. ਗਲੇਜ਼ਰ ਟ੍ਰਿਪਲੇਟ ਕੀ ਹੈ? ਪੁੱਟ ਦ ਸਟੂਡੈਂਟਸ ਔਨ ਦ ਸਪੌਟ. ਜਿਹੜੇ ਬੱਚੇ ਦੀ ਗਲਤੀ ਹੈ ਉਹਨੂੰ ਪੁਆਇੰਟ ਕਰੋ ਐਂਡ ਮੇਕ ਦੈਮ ਟੇਕ ਓਨਰਸ਼ਿਪ ਆਫ ਦੇਅਰ ਨੈਗੇਟਿਵ ਬਿਹੇਵੀਅਰ. ਆਪਣੇ ਬਿਹੇਵੀਅਰ ਨੂੰ ਓਨ ਕਰਨ, ਮੰਨਣ ਕਿ ਸਾਡੇ ਦੁਆਰਾ ਗਲਤੀ ਕੀਤੀ ਗਈ ਹੈ. ਇਹਦੇ ਲਈ ਉਹ ਕਹਿੰਦੇ ਕਿ ਦੇ ਆਰ 3 ਸਿੰਪਲ ਕੁਐਸਚਨਸ ਜੋ ਤੁਸੀਂ ਬੱਚੇ ਨੂੰ ਪੁੱਛਣੇ ਨੇ. ਤੂੰ ਕੀ ਕਰ ਰਿਹਾ ਹੈ, ਜੋ ਤੂੰ ਕਰ ਰਿਹਾ ਕੀ ਉਹ ਰੂਲਸ ਐਂਡ ਗਾਈਡਲਾਈਨਸ ਦੇ ਅਗੇਂਸਟ ਹੈ, ਐਂਡ ਇਸ ਲਈ ਤੇਰੇ ਨਾਲ ਕੀ ਕੀਤਾ ਜਾਣਾ ਚਾਹੀਦਾ. ਦਿਸ ਇਜ਼ 3 ਕੁਐਸਚਨਸ ਹੈ ਜੋ ਤੁਸੀਂ ਉਸ ਬੱਚੇ ਨੂੰ ਪੁੱਛ ਕੇ ਓਨਰਸ਼ਿਪ ਕਰਵਾ ਸਕਦੇ ਹੋ. ਸੋ ਜੋ ਉਸ ਬੱਚੇ ਨੇ ਵੀ ਗਲਤੀ ਕੀਤੀ ਉਹਨੂੰ ਪੁੱਛੋ ਕਿ ਤੂੰ ਕੀ ਕੀਤਾ ਹੈ, ਜੋ ਤੂੰ ਕੀਤਾ ਹੈ ਕੀ ਉਹ ਰੂਲਸ ਦੇ ਮੁਤਾਬਕ ਠੀਕ ਹੈ, ਐਂਡ ਜੇ ਨਹੀਂ ਠੀਕ ਹੈ ਤਾਂ ਤੇਰੇ ਨਾਲ ਕੀ ਕੀਤਾ ਜਾਣਾ ਚਾਹੀਦਾ. ਸੋ ਦਿਸ ਇਜ਼ ਹਾਊ ਦ ਬਿਹੇਵੀਅਰ ਕੈਨ ਬੀ ਕਰੈਕਟਡ. ਉਸੇ ਤਰ੍ਹਾਂ ਆਪਣੇ ਕੋਲ ਇੱਕ ਟੈਕਨੀਕ ਹੈ ਕੈਂਟਸ ਬ੍ਰੋਕਨ ਰਿਕਾਰਡ. ਦਿਸ ਇਜ਼ ਅ ਮੈਥਡ ਵਿਚ ਇਜ਼ ਯੂਟੀਲਾਈਜ਼ ਵੈਨ ਰਿਫਿਊਜ਼ਿੰਗ ਟੂ ਅੰਗੇਜ ਇਨ ਐਨ ਆਰਗੂਮੈਂਟ. ਜੇ ਤੁਸੀਂ ਬੱਚੇ ਨਾਲ ਕਿਸੇ ਵੀ ਤਰ੍ਹਾਂ ਦੇ ਆਰਗੂਮੈਂਟ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਉਸ ਟਾਈਮ ਤੁਸੀਂ ਯੂਜ਼ ਕਰ ਸਕਦੇ ਹੋ ਐਕਟਿੰਗ ਲਾਈਕ ਅ ਬ੍ਰੋਕਨ ਰਿਕਾਰਡ ਬਾਈ ਰਿਪੀਟਿੰਗ ਦ ਸੇਮ ਇੰਸਟਰਕਸ਼ਨ ਮਲਟੀਪਲ ਟਾਈਮਸ ਐਂਡ ਦੈਨ ਮੂਵਿੰਗ ਔਨ. ਸੋ ਤੁਸੀਂ ਸੇਮ ਚੀਜ਼ ਬਸ ਬੱਚੇ ਨੂੰ ਬਾਰ-ਬਾਰ ਕਹੀ ਜਾਂਦੇ ਹੋ ਐਂਡ ਅੱਗੇ ਚੱਲੀ ਜਾਂਦੇ ਹੋ. ਸੋ ਜੇ ਇਫ ਯੂ ਡੋਂਟ ਵਾਂਟ ਐਨੀ ਕਾਈਂਡ ਆਫ ਐਨ ਆਰਗੂਮੈਂਟ ਤਾਂ ਤੁਸੀਂ ਬੱਚੇ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ, ਬਸ ਆਪ ਇੱਕ ਚੀਜ਼ ਨੂੰ ਕਹੀ ਜਾਣਾ ਐਂਡ ਦੈਨ ਆਪਾਂ ਅੱਗੇ ਮੂਵ ਔਨ ਕਰਨਾ.
ਟੇਕ ਅ ਬ੍ਰੇਕ, ਸਟੂਡੈਂਟ ਨੂੰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਟੇਕ ਅ ਬ੍ਰੇਕ, ਬਾਹਰ ਜਾਓ, ਜਿਸ ਬੱਚੇ ਨੇ ਸ਼ਰਾਰਤ ਕੀਤੀ ਉਹਨੂੰ ਕਲਾਸ ਚੋਂ ਬਾਹਰ ਕੱਢ ਦਿਓ, ਗੋ ਟੇਕ ਅ ਬ੍ਰੇਕ, ਕਮ ਆਫਟਰ 5 ਮਿੰਟਸ। ਤਾਂ ਜੋ ਬਾਹਰ ਜਾ ਕੇ ਉਹ ਬੱਚਾ ਆਪਣੇ ਆਪ ਨੂੰ ਰੀਕੰਪੋਜ਼ ਕਰ ਲੇਗਾ, ਐਂਡ ਦੈਨ ਜਦੋਂ ਦੁਬਾਰਾ ਬੱਚਾ ਕਲਾਸ 'ਚ ਆਵੇ ਉਦੋਂ ਤੁਸੀਂ ਬੱਚੇ ਨਾਲ ਡਿਸਕਸ ਕਰ ਸਕਦੇ ਹੋ ਕਿ ਤੂੰ ਕਿਉਂ ਵਾਈ ਉਹਨੇ ਉਹ ਮਿਸਬਿਹੇਵੀਅਰ ਕਲਾਸ ਵਿੱਚ ਕਿਉਂ ਕੀਤਾ, ਰਾਈਟ। ਬ੍ਰੇਕਿੰਗ ਦਾ ਸਾਈਕਲ ਔਰ ਡਿਸਕਨਕਰੇਜਮੈਂਟ, ਸਮ ਸਟੂਡੈਂਟਸ ਵਿਦ ਕ੍ਰੋਨਿਕ ਦਾ ਮਤਲਬ ਹੁੰਦਾ ਲਗਾਤਾਰ ਜਿਹੜਾ ਬੱਚਾ ਬਿਹੇਵੀਅਰ ਇਸ਼ੂ ਕਰੇ ਉਹ ਕਲਾਸ ਵਿੱਚ ਸਟਰਗਲ ਬਹੁਤ ਕਰਦੇ ਨੇ, ਜਨਰਲੀ ਉਹਨਾਂ ਦਾ ਸਕਸੈਸ ਰੇਟ ਵੀ ਲੋ ਹੁੰਦਾ। ਸੋ ਇਸ ਕਰਕੇ ਦੇ ਐਕਟ ਆਊਟ ਟੂ ਫੁਲਫਿਲ ਦੇਅਰ ਨੀਡ ਆਫ ਅਸੈਪਟੈਂਸ ਔਰ ਐਡਿਕੁਏਸੀ। ਕਈ ਵਾਰ ਕੀ ਹੁੰਦਾ ਕਿ ਜਿਹੜੀ ਕਲਾਸ ਦੇ ਵਿੱਚ ਬੱਚੇ ਦੀ ਪਰਫਾਰਮੈਂਸ ਮਾੜੀ ਹੋਵੇ ਨਾ, ਟੀਚਰ ਉਹਨੂੰ ਵਾਲਾ ਗੱਲਬਾਤ ਨਹੀਂ ਉਹਦੇ ਨਾਲ ਕਰਦੇ, ਸੋ ਕਲਾਸ ਵਿੱਚ ਉਹ ਬਿਹੇਵੀਅਰ ਇਸ ਲਈ ਵੀ ਮਿਸਬਿਹੇਵੀਅਰ ਕਰਦੇ ਕਿ ਮੈਮ ਦਾ ਧਿਆਨ ਮੇਰੇ ਵੱਲ ਰਹੇਗਾ। ਸੋ ਇਸ ਲਈ ਇਟਸ ਬੈਟਰ ਕਿ ਤੁਸੀਂ ਹਰ ਬੱਚੇ ਨੂੰ ਉਸ ਬੱਚੇ ਨੂੰ ਖਾਸ ਕਰਕੇ ਜਿਹਨੇ ਇਸ ਤਰ੍ਹਾਂ ਦਾ ਬਿਹੇਵੀਅਰ ਕੀਤਾ ਕਿ ਜਿਹਦੀ ਤੁਹਾਨੂੰ ਪਤਾ ਹੈ ਕਿ ਉਹਦਾ ਮਿਸਬਿਹੇਵੀਅਰ ਇਸ ਰੀਜ਼ਨਸ ਕਰਕੇ ਹੈ ਕਿ ਕਿਉਂਕਿ ਅਦਰਵਾਈਜ਼ ਉਹਦੇ ਨੰਬਰ ਘੱਟ ਆਉਂਦੇ ਨੇ ਐਂਡ ਉਹ ਤੁਹਾਡਾ ਅਟੈਂਸ਼ਨ ਸੀਕ ਕਰਨਾ ਚਾਹੁੰਦਾ ਹੈ, ਉਹਨੂੰ ਤੁਸੀਂ ਪੋਜ਼ੀਟਿਵ ਵੇ ਨਾਲ ਵੀ ਡੀਲ ਕਰ ਸਕਦੇ ਹੋ। ਸੋ ਉਹਨੂੰ ਹੋਰ ਅੱਗੇ ਪਨਿਸ਼ਮੈਂਟ ਦੇਣ ਦੀ ਬਜਾਏ ਗਿਵ ਹਿਮ ਸਮ ਵਰਕ ਟੂ ਡੂ, ਐਂਡ ਸੋ ਦੈਟ ਉਹ ਕੰਮ ਬੱਚਾ ਜਦੋਂ ਕਰਕੇ ਆਏਗਾ ਦੈਨ ਮੇਬੀ ਨੈਕਸਟ ਟਾਈਮ ਤੋਂ ਹੀ ਵਿਲ ਨਾਟ ਮਿਸਬਿਹੇਵ। ਨੋਨ ਨੈਗੋਸ਼ੀਏਬਲ ਟੈਕਨੀਕ ਸਟ੍ਰੈਟਜੀਜ਼ ਉਹ ਹੈ ਜਦੋਂ ਸੀਰੀਅਸ ਮਿਸਬਿਹੇਵੀਅਰਸ ਹੁੰਦੇ ਨੇ ਜਿਹਦੇ 'ਚ ਆਪਾਂ ਕਿਸੇ ਵੀ ਤਰ੍ਹਾਂ ਦੀ ਬੱਚੇ ਨੂੰ ਗੱਲ ਕਹਿਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ। ਜਿਵੇਂ ਸਪੋਜ਼ ਕੋਈ ਲੜਾਈ ਝਗੜਾ ਹੋ ਗਿਆ, ਕੋਈ ਸਮੋਕਿੰਗ, ਵਾਇਲੈਂਸ ਜਾਂ ਬੁਲਿੰਗ ਦੇ ਇੰਸੀਡੈਂਟਸ, ਉਹਦੇ 'ਚ ਆਪਾਂ ਕਿਸੇ ਦੀ ਦੀਜ਼ ਆਰ ਸੱਚ ਸੀਰੀਅਸ ਔਫੈਂਸਿਸ ਕਿ ਇਹਦੇ 'ਚ ਬੱਚਾ ਕੀ ਜਸਟੀਫਿਕੇਸ਼ਨ ਦੇਗਾ। ਮੇਰੀ ਕਲਾਸ 'ਚ ਮਾੜੀ ਮੋਟੀ ਕਿਸੇ ਨੇ ਸ਼ਰਾਰਤ ਕੀਤੀ ਤਾਂ ਬੱਚੇ ਕੋਲ ਕੋਈ ਐਕਸਪਲੇਨੇਸ਼ਨ ਹੋਊਗੀ, ਬਟ ਕਿਸੇ ਨੂੰ ਮਾਰ ਦੇਣਾ, ਕੁੱਟਣ ਦੀ ਕੋਈ ਐਕਸਪਲੇਨੇਸ਼ਨ ਨਹੀਂ ਹੁੰਦੀ। ਸੋ ਵੀ ਡੋਂਟ ਵਾਂਟ ਟੂ ਟਾਕ ਟੂ ਦੈਟ ਚਾਈਲਡ। ਸੋ ਇਹਦੇ 'ਚ ਆਪਾਂ ਨੂੰ ਪਤਾ ਹੀ ਹੁੰਦਾ ਐਡਵਾਂਸ ਵਿੱਚ। ਸੋ ਤੁਸੀਂ ਇਹਦੇ ਵਿੱਚ ਕੀ ਕਰ ਸਕਦੇ ਹੋ, ਬੱਚਿਆਂ ਦੇ ਪੇਰੈਂਟਸ ਨੂੰ ਬੁਲਾ ਸਕਦੇ ਹੋ, ਉਹਦੇ ਕੇਅਰ ਗਿਵਰ ਨੂੰ ਬੁਲਾ ਕੇ ਦੱਸ ਸਕਦੇ ਹੋ, ਬੱਚੇ ਨੂੰ ਕਲਾਸ 'ਚੋਂ ਸਸਪੈਂਡ ਕੀਤਾ ਜਾ ਸਕਦਾ, ਡਿਟੈਂਸ਼ਨਸ ਹੋ ਸਕਦੀਆਂ ਨੇ, ਕਲਾਸ 'ਚੋਂ ਕੱਢ ਦਿੱਤਾ ਜਾ ਸਕਦਾ ਜਾਂ ਸਕੂਲ 'ਚੋਂ ਕੱਢ ਦਿੱਤਾ ਜਾ ਸਕਦਾ। ਇਹ 'ਚ ਬੱਚਿਆਂ ਲਈ ਤੁਸੀਂ ਕੰਟਰੈਕਟਸ ਵੀ ਸਾਈਨ ਕਰ ਸਕਦੇ ਹੋ ਬੱਚੇ ਨਾਲ ਕਿ ਨੈਕਸਟ ਟਾਈਮ ਤੋਂ, ਜਿਵੇਂ ਜੇ ਬੱਚੇ ਦਾ ਆਪਾਂ ਐਪਲੀਕੇਸ਼ਨ ਜਿਵੇਂ ਲਿਖਵਾ ਲੈਂਦੇ ਕਿ ਨੈਕਸਟ ਟਾਈਮ ਤੋਂ ਜੇ ਤੁਸੀਂ ਇਹ ਗਲਤੀ ਰਿਪੀਟ ਕੀਤੀ ਤਾਂ ਬੱਚੇ ਨੂੰ ਸਕੂਲ 'ਚੋਂ ਕੱਢ ਦਿੱਤਾ ਜਾਏਗਾ। ਐਂਡ ਸੀਨੀਅਰ ਸਟਾਫ ਮੈਂਬਰਸ ਜਿਵੇਂ ਪ੍ਰਿੰਸੀਪਲ ਨਾਲ ਜਾਂ ਹੈੱਡ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ, ਤਾਂ ਚਾਹੇ ਤੁਸੀਂ ਉਹਨੂੰ ਇੰਟਰਨਲੀ ਜਾਂ ਐਕਸਟਰਨਲੀ ਸਕੂਲ 'ਚੋਂ ਬਾਹਰ ਵੀ ਕੱਢ ਸਕਦੇ ਹੋ। ਦੀਜ਼ ਆਰ ਨੋਨ ਨੈਗੋਸ਼ੀਏਬਲ, ਜਿਸ 'ਚ ਅਸੀਂ ਬੱਚੇ ਨਾਲ ਕਿਸੇ ਵੀ ਤਰ੍ਹਾਂ ਦੀ ਨੈਗੋਸ਼ੀਏਸ਼ਨ ਨਹੀਂ ਕਰ ਰਹੇ। ਸੋ ਜਦੋਂ ਤੁਹਾਨੂੰ ਲੱਗਦਾ ਕਿ ਮਿਸਬਿਹੇਵੀਅਰ ਟੋਲਰੇਟ ਕਰਨ ਵਾਲਾ ਨਹੀਂ ਹੈ, ਉਸ ਟਾਈਮ ਇਹ ਸਟ੍ਰੈਟਜੀਜ਼ ਯੂਜ਼ ਕੀਤੀਆਂ ਜਾ ਸਕਦੀਆਂ। ਸੋ ਇਹਦੇ 'ਚ ਅਗੇਨ ਯੂ ਹੈਵ ਅ ਕੇਸ ਸਟੱਡੀ ਜਿਹਦੇ ਵਿੱਚ ਦਿਸ ਇਜ਼ ਅ ਐਗਜ਼ਾਮਪਲ ਹੈ ਬੇਸਿਕਲੀ ਅਬਾਊਟ ਅ ਮਿਊਜ਼ਿਕ ਟੀਚਰ ਟੈਡੀ ਪਾਊਟ, ਜਿਹਦੇ ਕਲਾਸ ਦੇ ਵਿੱਚ ਮਿਸਬਿਹੇਵ ਕਰਦੇ ਸੀ ਬੱਚੇ ਬਹੁਤ ਜ਼ਿਆਦਾ। ਉਸਨੇ ਕਾਫੀ ਕਰੈਕਟਿਵ ਸਟ੍ਰੈਟਜੀਜ਼ ਅਪਲਾਈਆਂ, ਜਿਵੇਂ ਸਪੋਜ਼ ਵੈਨ ਹੀ ਕੈਚਿਜ਼ ਅ ਸਟੂਡੈਂਟ ਇਨ ਅ ਰੋਂਗ ਰੂਮ ਡਿਊਰਿੰਗ ਅ ਪ੍ਰੈਕਟੀਕਲ ਹੀ ਯੂਜ਼ਿਸ ਗਲੇਜ਼ਰ ਟ੍ਰਿਪਲੇਟ। ਠੀਕ ਹੈ, ਸੋ ਜੇ ਬੱਚੇ ਉਹਦੀ ਕਲਾਸ ਬੰਕ ਕੀਤੀ ਹੈ, ਕਿੱਥੇ ਹੋਰ ਬੈਠਾ, ਤਾਂ ਉਹਨੂੰ ਫਿਰ ਉਹ 3 ਕੁਐਸਚਨ ਪੁੱਛਦਾ ਹੈ। ਉਸ ਤੋਂ ਇਲਾਵਾ ਉਹ ਪੀਅਰ ਰੀਇਨਫੋਰਸਮੈਂਟ ਵੀ ਯੂਜ਼ ਕਰਦੇ ਨੇ। ਸੋ ਇੰਟਾਇਰ ਸਕੂਲ ਇੰਟਾਇਰ ਕਲਾਸ ਹੈ, ਜੇ ਉਹ ਬੱਚੇ ਚੁੱਪ ਕਰਨਾ ਨਹੀਂ ਬੰਦ ਕਰਨਗੇ ਤਾਂ ਹਰ ਪੂਰੀ ਕਲਾਸ ਹੈ ਜਿਹੜੀ ਉਹ ਸਕੂਲ ਤੋਂ ਬਾਅਦ ਰੁਕੇਗੀ। ਸੋ ਇਹਦੇ ਨਾਲ ਕੀ ਹੁੰਦਾ ਕਿ ਜਿਹੜੇ ਸਪੈਸੀਫਿਕ ਸਟੂਡੈਂਟਸ ਹੈ ਉਹ ਫਿਰ ਉਹਨਾਂ ਨੂੰ ਹੀ ਜੇ ਸਪੋਜ਼ ਮਤਲਬ ਇਸ ਚੀਜ਼ ਨਾਲ ਫਾਇਦਾ ਨਹੀਂ ਹੁੰਦਾ, ਫਿਰ ਉਸ ਤੋਂ ਬਾਅਦ ਉਹ ਸਪੈਸੀਫਿਕ ਸਟੂਡੈਂਟਸ ਨੂੰ ਡੀਲ ਕਰਦੇ ਰਹੇ। ਉਸ ਤੋਂ ਬਾਅਦ ਤੁਸੀਂ ਲੰਚ ਟਾਈਮ ਡਿਟੈਂਸ਼ਨਸ, ਜਿਵੇਂ ਜਿਹੜੇ ਬੱਚਿਆਂ ਲਈ ਉਹ ਕਿਹਾ ਜਾਂਦਾ ਕਿ ਜਿਹੜੇ ਬੱਚੇ ਆਪਣਾ ਬਿਹੇਵੀਅਰ ਠੀਕ ਨਹੀਂ ਕਰਨਗੇ ਉਹਨਾਂ ਨੂੰ ਲੰਚ ਟਾਈਮ ਨਹੀਂ ਮਿਲੇਗਾ ਜਾਂ ਲੰਚ ਟਾਈਮ 'ਚ ਇੱਥੇ ਹੀ ਰੁਕਣਾ ਪਏਗਾ, ਖੇਲਣ ਨਹੀਂ ਜਾਣਗੇ। ਟੇਕ ਅ ਬ੍ਰੇਕ ਸਟ੍ਰੈਟਜੀ ਵੀ ਯੂਜ਼ ਕਰਦੇ ਨੇ, ਜਿਸ ਦੇ ਵਿੱਚ ਜਿਹੜਾ ਬੱਚਾ ਡਿਸਟਰਪਸ਼ਨ ਕਰ ਰਿਹਾ ਉਹਨੂੰ ਕਲਾਸ 'ਚੋਂ ਬਾਹਰ ਕੱਢ ਦਿੱਤਾ ਜਾਂਦਾ ਐਂਡ ਕਿਹਾ ਜਾਂਦਾ ਕਿ ਨੈਕਸਟ ਲੈਸਨ 'ਤੇ ਜਦੋਂ ਬੱਚਾ ਫਿਰ ਵਾਪਸ ਆਏਗਾ ਉਦੋਂ ਉਸ ਨਾਲ ਉਹ ਗੱਲ ਕਰਦੇ। ਸੋ ਯੂ ਕੈਨ ਯੂਜ਼ ਸੱਚ ਸਟ੍ਰੈਟਜੀਜ਼ ਇਨ ਯੋਰ ਕਲਾਸਰੂਮ, ਜਿਹੜੀਆਂ ਕਿ ਬੇਸਿਕਲੀ ਬੱਚੇ ਦੇ ਬਿਹੇਵੀਅਰ ਨੂੰ ਸਹੀ ਕਰਨ ਲਈ ਉਹਨਾਂ ਦਾ ਮੇਨ ਓਬਜੈਕਟਿਵ ਇਹ ਹੁੰਦਾ ਕਿ ਜੋ ਗਲਤੀ ਬੱਚੇ ਨੇ ਕਰ ਦਿੱਤੀ ਹੈ ਹੁਣ ਆਪਾਂ ਉਹਦੇ ਬਿਹੇਵੀਅਰ ਨੂੰ ਠੀਕ ਕਰਨਾ, ਰਾਈਟ। ਸੋ ਬੇਸਿਕਲੀ ਇਹ ਜਿਵੇਂ ਆਪਾਂ ਕਿਸੇ ਨੂੰ ਚੋਰੀ ਕਰਨ ਤੋਂ ਬਾਅਦ ਸਜ਼ਾ ਸੁਣਾਉਂਦੇ ਹਾਂ, ਦਿਸ ਇਜ਼ ਸਮਥਿੰਗ ਲਾਈਕ ਦੈਟ, ਜਿਹਦੇ ਵਿੱਚ ਬੱਚਾ ਮਿਸਬਿਹੇਵੀਅਰ ਕਰ ਲੈਂਦਾ, ਉਸ ਤੋਂ ਬਾਅਦ ਤੁਸੀਂ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਇਹ 2 ਤਰ੍ਹਾਂ ਦੀਆਂ ਨੇ ਆਪਣੇ ਕੋਲ, ਨੈਗੋਸ਼ੀਏਬਲ ਤੇ ਨੋਨ ਨੈਗੋਸ਼ੀਏਬਲ। ਨੈਗੋਸ਼ੀਏਬਲ 'ਚ ਅਸੀਂ ਬੱਚੇ ਦੀ ਸੁਣਦੇ ਹਾਂ, ਉਹਦੇ ਨਾਲ ਗੱਲਬਾਤ ਕਰਦੇ ਹਾਂ। ਨੋਨ ਨੈਗੋਸ਼ੀਏਬਲ 'ਚ ਅਸੀਂ ਸਟ੍ਰਿਕਟ ਐਕਸ਼ਨਸ ਲੈਂਦੇ ਹਾਂ, ਜਿਹਦੇ ਸਾਨੂੰ ਲੱਗਦਾ ਵੀ ਇਹ ਤਾਂ ਗਲਤੀ ਹੋ ਇੰਨੀ ਵੱਡੀ ਹੈ ਕਿ ਇਹਦੇ ਉੱਤੇ ਕੋਈ ਸੁਣਵਾਈ ਨਹੀਂ ਹੋ ਸਕਦੀ। ਸੋ ਦਿਸ ਇਜ਼ ਆਲ ਅਬਾਊਟ ਦੀ 3 ਸਟ੍ਰੈਟਜੀਜ਼ that we can use in classroom management, and I hope thonu these are clear with you. So thank you for being with me.